ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਦੇ ਬੁਲੇਟਿਨ ਵਿੱਚ ਹਰ ਰੋਜ਼ ਤਰ੍ਹਾਂ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦਿਖਾਵਾਂਗੇ ਕੈਨੇਡਾ ਭਰ ਤੋਂ ਕੋਵਿਡ-19 ਸੰਬੰਧੀ ਅੰਕੜੇ। ਦੱਸਾਂਗੇ ਅਪ੍ਰੈਲ ਮਹੀਨੇ ਕਿੰਨੀ ਘੱਟ ਗਿਣਤੀ ਪ੍ਰਵਾਸੀਆਂ ਨੂੰ ਮਿਲੀ ਕੈਨੇਡਾ 'ਚ PR ਤੇ ਹੁਣ ਕਦੋਂ ਤੇ ਕਿਵੇਂ ਨਿਕਲ ਰਹੇ ਨੇ ਐਕਸਪ੍ਰੈਸ ਐਂਟਰੀ ਲਈ ਡਰਾਅ। ਕੀ ਰਹੇਗਾ ਕੈਨੇਡਾ ਦਾ ਪ੍ਰਵਾਸੀਆਂ ਨੂੰ ਬੁਲਾਉਣ ਲਈ ਟੀਚਾ। ਅੱਜ ਪਾਰਲੀਮੈਂਟ ਵਿੱਚ ਵਿਰੋਧੀ ਪਾਰਟੀਆਂ ਨੇ ਨਹੀਂ ਦਿੱਤਾ ਲਿਬਰਲ ਪਾਰਟੀ ਦੇ CERB ਸੰਬੰਧੀ ਬਿੱਲ ਨੂੰ ਸਮਰਥਨ। ਬਿੱਲ ਮੁਤਾਬਕ ਗਲਤ ਤੌਰ ਤੇ ਮਦਦ ਲੈਣ ਵਾਲਿਆਂ ਨੂੰ ਹੋਣੀ ਸੀ ਜੇਲ੍ਹ ਤੱਕ ਦੀ ਸਜ਼ਾ। ਕੈਨੇਡਾ ਰੈਵਨਿਊ ਏਜੰਸੀ ਮੁਤਾਬਕ ਜੂਨ 3 ਤੱਕ ਕੈਨੇਡਾ ਵਾਸੀਆਂ ਵੱਲੋਂ ਵਾਪਸ ਮੋੜੀਆਂ ਗਈਆਂ ਨੇ 1,90,000 CERB ਪੇਮੈਂਟਸ। ਦੱਸਾਂਗੇ ਕਿੰਨਿਆਂ ਬਾਰੇ ਵਿਭਾਗ ਨੂੰ ਮਿਲੀ ਸ਼ਿਕਾਇਤ। ਵਾਲਮਾਰਟ ਵਿੱਚ ਹੁਣ ਲੌਕ ਨਹੀਂ ਕੀਤੇ ਜਾਣਗੇ ਮਲਟੀ ਕਲਚਰਲ ਬਿਊਟੀ ਜਾਂ ਹੇਅਰ ਪ੍ਰੋਡਕਟ। ਦੱਸਾਂਗੇ ਕੀ ਹੈ ਮੁੱਖ ਕਾਰਨ। ਕੈਨੇਡਾ ਵਿੱਚ ਸਟਾਰਬਕਸ ਵੱਲੋਂ ਬੰਦ ਕੀਤੀਆਂ ਜਾਣਗੀਆਂ 200 ਲੋਕੇਸ਼ਨਸ। ਦੱਸਾਂਗੇ ਹੋਰ ਜਾਣਕਾਰੀ। ਟਰਾਂਸਲਿੰਕ ਨੇ ਜਾਰੀ ਕੀਤੀ ਤਾਜ਼ਾ ਰਿਪੋਰਟ। ਯਾਤਰੀਆਂ ਦੀ ਗਿਣਤੀ ਅਪ੍ਰੈਲ ਨਾਲੋਂ 85% ਤੱਕ ਵਧੀ। ਮੁੜ ਲਈ ਤੇ ਆ ਰਿਹਾ ਸਭ। ICBC ਵੱਲੋਂ ਐਲਾਨ ਕਲਾਸ 1 ਤੋਂ ਲੈ ਕੇ 4 ਤੱਕ ਦੇ ਰੋਡ ਟੈਸਟ ਦੇ ਲਈ ਕੱਲ੍ਹ ਤੋਂ ਅਪਾਇੰਟਮੈਂਟ ਮਿਲਣੀ ਸ਼ੁਰੂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਨਵੇਂ ਗ੍ਰੈਜੂਏਟਸ ਨੂੰ ਦਿੱਤਾ ਗਿਆ ਸੰਦੇਸ਼। ਅੱਜ ਦੱਸਾਂਗੇ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਲਈ ਕੀ ਕੁਝ ਕਿਹਾ। ਇਸ ਤਰ੍ਹਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਕੈਨੇਡਾ ਭਰ ਵਿੱਚ ਅੰਕੜੇ ਕੀ ਹੋ ਗਏ ਨੇ ਕੋਵਿਡ-19 ਦੇ। ਕੈਨੇਡਾ ਭਰ ਵਿੱਚ ਅੱਜ 408 ਮਾਮਲੇ ਹੀ ਸਾਹਮਣੇ ਆਏ ਨੇ ਨਵੇਂ ਕਰੋਨਾ ਵਾਇਰਸ ਦੇ ਤੇ ਕੁੱਲ ਮਾਮਲੇ ਹੁਣ ਤੱਕ 97,125 ਹੋ ਚੁੱਕੇ ਨੇ। 56,639 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। 79,160 ਮੌਤਾਂ ਹੋ ਚੁੱਕੀਆਂ ਨੇ। ਅਲਬਰਟਾ ਤੋਂ 7276 ਮਾਮਲੇ ਸਾਹਮਣੇ ਆਏ ਨੇ। 151 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2680 ਮਾਮਲੇ ਸਾਹਮਣੇ ਆਏ। 167 ਮੌਤਾਂ ਹੋਈਆਂ। ਮੈਨੀਟੋਬਾ ਤੋਂ 300 ਮਾਮਲੇ ਸਾਹਮਣੇ ਆਏ। 7 ਮੌਤਾਂ ਹੋਈਆਂ। ਨਿਊ ਬ੍ਰੰਸਵਿਕ ਤੋਂ 151 ਮਾਮਲੇ ਸਾਹਮਣੇ ਆਏ। 1 ਮੌਤ ਹੋਈ। ਨਿਊਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ। 3 ਮੌਤਾਂ ਹੋਈਆਂ। ਨੋਵਾ ਸਕੋਸ਼ੀਆ ਤੋਂ 1061 ਮਾਮਲੇ ਸਾਹਮਣੇ ਆਏ। 62 ਮੌਤਾਂ ਹੋਈਆਂ। ਓਨਟਾਰੀਓ ਤੋਂ 31,341 ਮਾਮਲੇ ਸਾਹਮਣੇ ਆਏ। 2535 ਮੌਤਾਂ ਹੋਈਆਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 53,341 ਮਾਮਲੇ ਸਾਹਮਣੇ ਆਏ। 5,081 ਮੌਤਾਂ ਹੋਈਆਂ। ਸਸਕੈਚਵਨ ਤੋਂ 658 ਮਾਮਲੇ ਸਾਹਮਣੇ ਆਏ। 13 ਮੌਤਾਂ ਹੋਈਆਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ। ਰੁਕ ਕਰਾਂਗੇ ਉਸ ਖਬਰ ਦੇ ਵੱਲ ਜਿਸ ਦੇ ਬਾਰੇ ਕੱਲ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਸੀ ਕਿ ਇੱਕ ਬਿੱਲ ਪੇਸ਼ ਕੀਤਾ ਜਾਣਾ ਹੈ ਟਰੂਡੋ ਸਰਕਾਰ ਦੇ ਵੱਲੋਂ। ਇਸ ਦੇ ਉੱਤੇ ਫੈਸਲਾ ਲਿਆ ਜਾਣਾ ਹੈ ਤੇ ਲਿਬਰਲ ਪਾਰਟੀ ਨੇ ਬਿੱਲ ਪੇਸ਼ ਕੀਤਾ CERB ਨਾਲ ਸੰਬੰਧਿਤ, ਪਰ ਉਹ ਬਿੱਲ ਪਾਸ ਨਹੀਂ ਹੋ ਸਕਿਆ ਕਿਉਂਕਿ ਵਿਰੋਧੀ ਪਾਰਟੀਆਂ ਨੇ ਉਸ ਬਿੱਲ ਨੂੰ ਸਮਰਥਨ ਨਹੀਂ ਦਿੱਤਾ, ਜਿਸ ਵਿੱਚ CERB ਦੀ ਯੋਗਤਾ ਨਾ ਰੱਖਦੇ ਹੋਏ ਵੀ ਇਸ ਦੇ ਵਾਸਤੇ ਅਪਲਾਈ ਕਰਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਸੀ ਤੇ ਨਾਲ ਹੀ $5,000 ਤੱਕ ਦਾ ਜੁਰਮਾਨਾ ਵੀ। ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਜਦੋਂ ਤਾਂ ਇਸ ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ ਇਸ ਬਿੱਲ ਦੇ ਵਿੱਚ ਹੁਣ ਹੋ ਸਕਦਾ ਕਿ ਹੋਰ ਸੋਧ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੇਸ਼ ਕੀਤਾ ਜਾਵੇ। ਪਰ ਫਿਲਹਾਲ ਤਾਂ ਜਿਵੇਂ NDP ਪਾਰਟੀ ਨੇ ਕੱਲ੍ਹ ਹੀ ਇਨਕਾਰ ਕਰ ਦਿੱਤਾ ਸੀ ਤੇ ਹੋਰ ਪਾਰਟੀਆਂ ਦੇ ਵੱਲੋਂ ਵੀ ਸਮਰਥਨ ਅੱਜ ਪਾਰਲੀਮੈਂਟ ਦੇ ਵਿੱਚ ਨਹੀਂ ਦਿੱਤਾ ਗਿਆ। ਤੇ ਉਧਰ CRA ਨੇ ਜਾਣਕਾਰੀ ਦਿੱਤੀ ਹੈ ਕਿ 2 ਲੱਖ ਦੇ ਕਰੀਬ ਰੀਪੇਮੈਂਟਸ ਕੀਤੀਆਂ ਗਈਆਂ ਨੇ CERB ਦੀਆਂ, ਜੋ ਕਿ 3 ਜੂਨ ਤੋਂ ਪਹਿਲਾਂ ਕੀਤੀਆਂ ਗਈਆਂ ਨੇ। ਇਸ ਅੰਕੜੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਿਹੜੇ ਵੀ ਕੈਨੇਡੀਅਨ ਯੋਗਤਾ ਨਹੀਂ ਸੀ ਰੱਖਦੇ ਜਾਂ ਫਿਰ ਉਹਨਾਂ ਕੋਲ ਗਲਤੀ ਨਾਲ ਗਈਆਂ ਸਨ ਪੇਮੈਂਟਸ, ਉਹਨਾਂ ਦੇ ਵੱਲੋਂ ਇਹਨਾਂ ਨੂੰ ਵਾਪਸ ਕੀਤਾ ਗਿਆ ਤੇ ਹੁਣ ਵੀ ਜਿਹੜੇ ਵੀ ਯੋਗਤਾ ਨਹੀਂ ਰੱਖਦੇ ਅਪਲਾਈ ਕਰ ਦਿੱਤੀ ਸੀ ਉਹਨਾਂ ਨੇ ਹਜੇ ਵੀ ਉਹ ਵਾਪਸ ਕਰ ਸਕਦੇ ਨੇ। ਕੈਨੇਡਾ ਰੈਵਨਿਊ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ CERB ਦੀਆਂ ਪੇਮੈਂਟਸ ਦੇ ਵਿੱਚ 1,90,000 ਪੇਮੈਂਟਸ ਵਾਪਸ ਆ ਗਈਆਂ ਨੇ। ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਇੱਕ ਲਿੰਕ ਪਾਇਆ ਗਿਆ ਸੀ ਜਿਸ ਦੇ ਵਿੱਚ ਇਸ ਕਰਕੇ ਉਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਜਿਨ੍ਹਾਂ ਨੇ ਵੀ ਆਪਣੀ CERB ਵਾਪਸ ਮੋੜਨੀ ਹੋਵੇ ਕਿ ਜਾਂ ਤਾਂ ਉਹਨਾਂ ਨੂੰ ਕੰਮ ਮਿਲ ਗਿਆ ਜਾਂ ਫਿਰ ਗਲਤੀ ਦੇ ਨਾਲ ਉਹਨਾਂ ਨੇ ਅਪਲਾਈ ਕਰਤਾ ਸੀ ਤੇ ਉਹਨਾਂ ਨੂੰ CERB ਦੀ ਪੇਮੈਂਟ ਆ ਗਈ ਜਾਂ ਫਿਰ ਕਈਆਂ ਨੂੰ 2 ਵਾਰ ਵੀ ਪੇਮੈਂਟ ਆ ਗਈ। ਉਸ ਦੇ ਵਿੱਚ CRA ਵੱਲੋਂ ਕਿਹਾ ਗਿਆ ਸੀ ਕਿ ਜਿਨ੍ਹਾਂ ਨੇ ਵੀ ਆਪਣੀ ਪੇਮੈਂਟ ਮੋੜਨੀ ਉਹ ਮੋੜ ਸਕਦੇ ਨੇ ਤੇ ਇੱਕ ਪੋਰਟਲ ਵੈਬਸਾਈਟ ਦੇ ਉੱਤੇ ਪਾਇਆ ਗਿਆ ਸੀ ਤੇ ਉਸ ਦੇ ਜ਼ਰੀਏ 1,90,000 ਰੀਪੇਮੈਂਟਸ ਹੋਈਆਂ ਨੇ, ਜਿਸ ਦੀ ਜਾਣਕਾਰੀ CRA ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਤੋਂ ਬੁਲਾਰੇ ਕ੍ਰਿਸਟੋਫਰ ਡੂਡੀ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਜਲਦੀ ਤੋਂ ਜਲਦੀ ਲੋਕਾਂ ਤੱਕ ਮਦਦ ਪਹੁੰਚਾਉਣ ਵਾਸਤੇ ਕੋਸ਼ਿਸ਼ ਕੀਤੀ ਗਈ ਸੀ ਕਿ ਸਾਰਿਆਂ ਨੂੰ ਜਿਹੜੇ ਵੀ ਅਪਲਾਈ ਕਰ ਰਹੇ ਨੇ CERB ਮਿਲ ਜਾਵੇ ਤੇ ਹੁਣ ਜਿਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ ਉਹ ਵਾਪਸ ਕਰ ਰਹੇ ਨੇ ਜਾਂ ਫਿਰ ਜਿਹੜੇ ਇਸ ਦੇ ਵਾਸਤੇ ਯੋਗਤਾ ਨਹੀਂ ਰੱਖਦੇ ਸਨ ਪਰ ਗਲਤੀ ਨਾਲ ਉਹਨਾਂ ਵੱਲੋਂ ਅਪਲਾਈ ਹੋ ਗਿਆ ਸੀ
ਉਹ ਇਸ ਪੇਮੈਂਟ ਨੂੰ ਵਾਪਸ ਕਰ ਰਹੇ ਨੇ ਤੇ ਹੋਰ ਵੀ ਅੱਗੇ ਜਿਨ੍ਹਾਂ ਨੇ ਵਾਪਸ ਕਰਨੀ ਹੈ ਉਹ ਕਰ ਸਕਦੇ ਨੇ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੂਨ 3 ਤੱਕ 1,90,000 ਰੀਪੇਮੈਂਟਸ ਹੋਈਆਂ ਨੇ। ਇੱਥੇ ਜ਼ਿਕਰਯੋਗ ਹੈ ਕਿ CRA ਨੇ ਆਪਣੀ ਵੈਬਸਾਈਟ ਦੇ ਉੱਤੇ ਇੱਕ ਹੋਰ ਲਿੰਕ ਪਾਇਆ ਜਿਸ ਦੇ ਉੱਤੇ ਤੁਸੀਂ ਸ਼ਿਕਾਇਤ ਵੀ ਕਰ ਸਕਦੇ ਹੋ ਜੇਕਰ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਨੇ ਯੋਗਤਾ ਨਾ ਰੱਖਦੇ ਹੋਏ CERB ਲਈ ਹੈ। ਜਿਸ ਦੇ ਵਾਸਤੇ CRA ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਸ ਲਿੰਕ ਦੇ ਉੱਤੇ ਸ਼ਿਕਾਇਤਾਂ ਆਉਣ ਤੋਂ ਬਾਅਦ ਹੁਣ ਤੱਕ 600 ਟਿਪਸ ਉਹਨਾਂ ਨੂੰ ਮਿਲ ਚੁੱਕੀਆਂ ਨੇ, ਜਿਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਵਿਅਕਤੀਆਂ ਦੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ CERB ਯੋਗਤਾ ਨਾ ਰੱਖਦੇ ਹੋਏ ਵੀ ਲਈ ਹੈ ਤੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਹੈ। ਇਸ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਹਜੇ ਵੀ ਇਸ ਦੇ ਉੱਤੇ ਜਾਣਕਾਰੀ ਲੈ ਰਹੇ ਨੇ ਤੇ ਉਸ ਜਾਣਕਾਰੀ ਨੂੰ ਪੂਰੀ ਤਰ੍ਹਾਂ ਜਾਂਚ ਵੀ ਰਹੇ ਨੇ ਜਿਸ ਦੇ ਵਿੱਚ ਸ਼ਿਕਾਇਤਾਂ CERB ਨਾਲ ਸੰਬੰਧਿਤ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਬਾਰੇ। ਕੋਵਿਡ-19 ਕਰਕੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਕੰਮ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ ਹੈ। ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਪ੍ਰੈਲ ਦੇ ਮਹੀਨੇ ਜਾਰੀ ਕੀਤੇ ਅੰਕੜੇ ਦਰਸਾਉਂਦੇ ਨੇ ਕਿ ਆਮ ਤੌਰ ਦੇ ਉੱਤੇ ਇੱਕ ਮਹੀਨੇ ਵਿੱਚ 25,000 ਤੋਂ ਵੱਧ ਨੂੰ ਕੈਨੇਡਾ ਦੀ PR ਮਿਲਦੀ ਹੈ ਜਾਂ ਉਹ ਕੈਨੇਡਾ ਦੇ ਵਿੱਚ PR ਹੋ ਕੇ ਆ ਜਾਂਦੇ ਨੇ, ਪਰ ਅਪ੍ਰੈਲ 2020 ਵਿੱਚ ਸਿਰਫ 4100 ਜਣਿਆਂ ਦੀ ਹੀ PR ਲਈ ਪ੍ਰਕਿਰਿਆ ਪੂਰੀ ਹੋ ਸਕੀ, ਜੋ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਵੈਬਸਾਈਟ ਦੇ ਉੱਤੇ ਜਾਣਕਾਰੀ ਦਿੱਤੀ ਹੈ। ਮਾਰਚ ਮਹੀਨੇ ਨਾਲੋਂ ਅਪ੍ਰੈਲ ਵਿੱਚ ਇਹ ਕੰਮ 78% ਤੱਕ ਹੇਠਾਂ ਆਇਆ, ਜਿਸ ਦਾ ਮੁੱਖ ਕਾਰਨ ਇਮੀਗ੍ਰੇਸ਼ਨ ਵਿਭਾਗ ਵਿੱਚ ਕਾਮਿਆਂ ਦੀ ਕਮੀ ਇਹਨਾਂ ਦਿਨਾਂ ਵਿੱਚ ਜਾਂ ਉਹਨਾਂ ਦੇ ਵੱਲੋਂ ਘਰ ਤੋਂ ਹੀ ਕੰਮ ਕਰਨਾ ਜਾਂ ਫਿਰ ਕਾਗਜ਼ ਪੱਤਰ ਇਹਨਾਂ ਦਿਨਾਂ 'ਚ ਪੂਰੇ ਨਾ ਹੋਣ ਸਕਣੇ ਤੇ 에ਅਰਲਾਈਨਸ ਦਾ ਕੰਮ ਨਾ ਦੇ ਬਰਾਬਰ ਆ ਜਾਣਾ ਵੀ ਹੈ। ਫਰਵਰੀ ਨਾਲੋਂ ਮਾਰਚ ਵਿੱਚ ਇਹ ਕੰਮ 26% ਤੱਕ ਹੇਠਾਂ ਆਇਆ ਸੀ। CIC ਨਿਊਜ਼ ਮੁਤਾਬਕ ਅਪ੍ਰੈਲ 2020 ਵਿੱਚ PR ਦੇ ਲਈ ਪ੍ਰਕਿਰਿਆ ਪੂਰੀ ਹੋਣ ਦੀ ਗਿਣਤੀ 1940 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ, ਜਦਕਿ 1940 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਗਲੋਬਲ ਇਮੀਗ੍ਰੇਸ਼ਨ ਹੀ ਬਹੁਤ ਜ਼ਿਆਦਾ ਘੱਟ ਗਈ ਸੀ। ਆਉਂਦੇ ਸਾਲਾਂ ਵਿੱਚ ਇਮੀਗ੍ਰੇਸ਼ਨ ਵਿਭਾਗ ਦਾ ਹਰ ਸਾਲ 3,40,000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਵਿੱਚ ਬੁਲਾਉਣ ਦਾ ਟੀਚਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਕੋਵਿਡ-19 ਕਰਕੇ ਜੋ ਹਾਲਾਤ ਬਣੇ ਉਹਨਾਂ ਮੁਤਾਬਕ 2020 ਦੇ ਵਿੱਚ ਇਹ ਗਿਣਤੀ ਪੂਰੀ ਹੋਣੀ ਮੁਸ਼ਕਲ ਹੈ। ਪਰ ਇਮੀਗ੍ਰੇਸ਼ਨ ਵਿਭਾਗ ਲਗਾਤਾਰ ਪ੍ਰਵਾਸੀਆਂ ਦਾ ਸਵਾਗਤ ਕਰ ਰਿਹਾ ਹੈ ਕਿਉਂਕਿ ਤਾਜ਼ਾ ਸਾਹਮਣੇ ਆਏ ਬਿਆਨਾਂ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਜੀਨੋ ਕਹਿ ਚੁੱਕੇ ਨੇ ਕਿ ਆਉਂਦੇ ਸਮੇਂ ਵਿੱਚ ਇਮੀਗ੍ਰੇਸ਼ਨ ਦਾ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਅਹਿਮ ਯੋਗਦਾਨ ਹੋਵੇਗਾ। ਜਦੋਂ ਤੋਂ ਕੈਨੇਡਾ ਵਿੱਚ ਮਾਰਚ 18 ਤੋਂ ਕਈ ਸਖਤ ਹਦਾਇਤਾਂ ਲਾਈਆਂ ਗਈਆਂ ਨੇ, ਉਦੋਂ ਤੋਂ ਬਾਅਦ ਹੁਣ ਤੱਕ ਇਮੀਗ੍ਰੇਸ਼ਨ ਵਿਭਾਗ ਨੇ 11 ਐਕਸਪ੍ਰੈਸ ਐਂਟਰੀ ਡਰਾਅ ਹੀ ਕੱਢੇ ਨੇ। ਇਸ ਹਫ਼ਤੇ ਦੇ ਵਿੱਚ ਹੀ ਵਿਭਾਗ ਦੇ ਵੱਲੋਂ 2 ਹੋਰ ਡਰਾਅ ਕੱਢੇ ਜਾ ਸਕਦੇ ਨੇ। ਇਸ ਦੇ ਨਾਲ ਹੀ ਵੱਖੋ ਵੱਖਰੇ ਸੂਬਿਆਂ ਦੇ ਵੱਲੋਂ PNP ਦੇ ਤਹਿਤ ਵੀ ਡਰਾਅ ਕੱਢੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚੁਅਨ, ਮੈਨੀਟੋਬਾ, ਓਨਟਾਰੀਓ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਇਹਨਾਂ ਦੇ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਵੀ ਡਰਾਅ ਇਹਨਾਂ ਮਹੀਨਿਆਂ ਦੇ ਵਿੱਚ ਲਗਾਤਾਰ ਕੱਢੇ ਗਏ ਨੇ। ਅਗਲੀ ਖਬਰ ਹੈ ਉਸ ਵਾਲਮਾਰਟ ਦੇ ਐਲਾਨ ਦੇ ਬਾਰੇ ਜੋ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਜੋ ਮਲਟੀ ਕਲਚਰਲ ਯਾਨੀ ਕਿ ਬਹੁਤ ਸੱਭਿਆਚਾਰਕ ਪ੍ਰੋਡਕਟ ਹੁੰਦੇ ਨੇ ਜਿਹਨੂੰ ਕਿ ਕਿਸੇ ਵੀ ਭਾਈਚਾਰੇ ਦੇ ਲੋਕ ਵਰਤ ਸਕਦੇ ਨੇ, ਰੰਗ ਦੇ ਮੁਤਾਬਕ ਵੀ ਅਜਿਹੇ ਪ੍ਰੋਡਕਟਸ ਨੂੰ ਲੌਕ ਕੀਤਾ ਗਿਆ ਹੁੰਦਾ ਸੀ ਜਦੋਂ ਵਾਲਮਾਰਟ ਸਟੋਰਸ ਦੇ ਵਿੱਚ, ਤਾਂ ਉਸ ਦੀਆਂ ਕਈ ਸ਼ਿਕਾਇਤਾਂ ਵੀ ਕੀਤੀਆਂ ਗਈਆਂ। ਇੱਥੋਂ ਤੱਕ ਕਿ ਤੁਲਨਾ ਤੱਕ ਕਰਕੇ ਜਦੋਂ ਹੁਣ ਨਸਲੀ ਟਿੱਪਣੀਆਂ ਤੇ ਨਸਲੀ ਹਮਲਿਆਂ ਦੇ ਮਾਮਲੇ ਸਾਹਮਣੇ ਆਏ ਤਾਂ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ, ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ ਕਿ ਜਿਹੜੇ ਗੋਰਿਆਂ ਨਾਲ ਸੰਬੰਧਿਤ ਅਜਿਹੇ ਬਿਊਟੀ ਪ੍ਰੋਡਕਟ ਜਾਂ ਹੇਅਰ ਪ੍ਰੋਡਕਟ ਨੇ ਉਹ ਸਿੱਧੇ ਹੀ ਪਏ ਸਨ, ਪਰ ਜੋ ਕਾਲੇ ਨਾਲ ਜਾਂ ਫਿਰ ਭੂਰੇ ਰੰਗ ਦੇ ਵਿਅਕਤੀਆਂ ਦੇ ਨਾਲ ਸੰਬੰਧਿਤ ਸਨ ਉਹ ਪ੍ਰੋਡਕਟ ਲੌਕ ਕੀਤੇ ਹੋਏ ਸਨ, ਜਿਸ ਨੂੰ ਕਿ ਨਸਲੀ ਭੇਦਭਾਵ ਦੇ ਨਾਲ ਜੋੜ ਕੇ ਦੇਖਿਆ ਗਿਆ। ਤੇ ਹੁਣ ਵਾਲਮਾਰਟ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਕਿਸੇ ਵੀ ਬਹੁਤ ਸੱਭਿਆਚਾਰਕ ਕੋਈ ਵੀ ਪ੍ਰੋਡਕਟ ਹੋਵੇ ਉਸ ਨੂੰ ਲੌਕ ਹੁਣ ਸਟੋਰਸ ਦੇ ਵਿੱਚ ਨਹੀਂ ਕੀਤਾ ਜਾਵੇਗਾ। ਪਹਿਲਾਂ ਕੀ ਹੁੰਦਾ ਸੀ, ਅਜਿਹੇ ਸਮਾਨ ਨੂੰ ਲੌਕ ਕੀਤਾ ਹੋਇਆ ਹੁੰਦਾ ਸੀ ਤੇ ਫਿਰ ਜਿਹੜੇ ਵੀ ਗ੍ਰਾਹਕ ਨੇ ਉਹ ਸਮਾਨ ਲੈਣਾ ਹੁੰਦਾ ਸੀ ਤਾਂ ਪਹਿਲਾਂ ਵਾਲਮਾਰਟ ਦੇ ਕਾਮੇ ਨੂੰ ਬੁਲਾਉਣਾ ਪੈਂਦਾ ਸੀ ਤੇ ਉਹ ਕਾਮਾ ਆ ਕੇ ਆਪਣੀ ਚਾਬੀ ਦੇ ਨਾਲ ਉਸ ਲੌਕ ਨੂੰ ਖੋਲ੍ਹਦਾ ਸੀ ਤੇ ਫਿਰ ਉਸ ਦੇ ਵਿੱਚ ਉਹ ਗ੍ਰਾਹਕ ਉਸ ਪ੍ਰੋਡਕਟ ਨੂੰ ਚੁੱਕਦਾ ਸੀ ਤੇ ਬਾਅਦ ਵਿੱਚ ਜਾ ਕੇ ਕਾਊਂਟਰ ਤੇ ਉਸ ਦੀ ਬਿਲਿੰਗ ਹੁੰਦੀ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਜਿਵੇਂ ਹੋਰ ਪ੍ਰੋਡਕਟ ਪਏ ਹੁੰਦੇ ਨੇ ਉਸੇ ਤਰ੍ਹਾਂ ਕਾਊਂਟਰ ਦੇ ਉੱਤੇ ਪ੍ਰੋਡਕਟ ਪਏ ਹੋਣਗੇ। ਵਾਲਮਾਰਟ ਦੇ ਵੱਲੋਂ ਇਹ ਐਲਾਨ ਕੀਤਾ ਗਿਆ। ਅਮਰੀਕਾ ਦੇ ਵਿੱਚੋਂ ਸਭ ਤੋਂ ਜ਼ਿਆਦਾ ਇਸ ਸੰਬੰਧੀ ਸ਼ਿਕਾਇਤਾਂ ਸਾਹਮਣੇ ਆਈਆਂ। ਟਵੀਟ ਕਰਕੇ ਇਸ ਦੇ ਉੱਤੇ ਨਸਲੀ ਭੇਦਭਾਵ ਨਾਲ ਇਸ ਨੂੰ ਜੋੜਦੇ ਹੋਏ ਵੱਖੋ ਵੱਖਰੇ ਇਸ ਦੇ ਉੱਤੇ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ। ਇਸ ਨਾਲ ਹੀ ਅਗਲੀ ਖਬਰ ਹੈ ਕਿ ਸਟਾਰਬਕਸ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਆਉਂਦੇ 2 ਸਾਲ ਦੇ ਅੰਦਰ ਉਹਨਾਂ ਦੇ ਵੱਲੋਂ ਕਰੀਬ 200 ਲੋਕੇਸ਼ਨਸ ਨੂੰ ਬੰਦ ਕਰ ਦਿੱਤਾ ਜਾਵੇਗਾ। ਕਾਫੀ ਚੇਨ ਸਟਾਰਬਕਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਪਲਾਨ ਹੈ ਕਿ ਕੈਨੇਡਾ ਦੇ ਵਿੱਚ ਅਗਲੇ 2 ਸਾਲ ਦੇ ਦਰਮਿਆਨ 200 ਸਟੋਰ ਉਹਨਾਂ ਦੇ ਵੱਲੋਂ ਬੰਦ ਕਰ ਦਿੱਤੇ ਜਾਣਗੇ।
ਕੋਵਿਡ-19 ਤੋਂ ਬਾਅਦ ਜੇਕਰ ਮਾਹੌਲ ਆਮ ਵਰਗਾ ਵੀ ਹੋ ਜਾਂਦਾ ਹੈ ਤਾਂ ਵੀ ਇਹਨਾਂ ਸਟੋਰਸ ਨੂੰ ਬੰਦ ਕੀਤਾ ਹੀ ਜਾਵੇਗਾ। ਇਸ ਸੰਬੰਧੀ ਕੰਪਨੀ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਇਸ ਸਾਲ ਅਮਰੀਕਾ ਦੇ ਵਿੱਚ 300 ਨਵੇਂ ਸਟੋਰ ਖੋਲ੍ਹੇ ਜਾਣਗੇ ਤੇ ਇਸੇ ਨਾਲ ਸੰਬੰਧਿਤ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਅਗਲੇ 18 ਮਹੀਨੇ ਦੌਰਾਨ ਕੰਪਨੀ ਦਾ ਕੁੱਲ 400 ਸਟੋਰ ਬੰਦ ਕਰਨ ਦਾ ਟੀਚਾ ਹੈ, ਜਿਨ੍ਹਾਂ ਦੇ ਵਿੱਚ 200 ਸਟੋਰ ਕੈਨੇਡਾ ਦੇ ਵਿੱਚ ਹੀ ਆਉਂਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਆਮ ਤੌਰ ਦੇ ਉੱਤੇ ਸਟਾਰਬਕਸ ਦੇ ਵੱਲੋਂ ਹਰ ਸਾਲ 100 ਸਟੋਰ ਬੰਦ ਕਰ ਦਿੱਤੇ ਜਾਂਦੇ ਨੇ, ਜਿਸ ਵਿੱਚ ਇਸ ਕਰਕੇ ਉਹ ਬੰਦ ਕੀਤੇ ਜਾਂਦੇ ਨੇ ਜਿਸ ਦੇ ਲਈ ਕਈਆਂ ਦੀ ਤਾਂ ਲੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਫਿਰ ਕਈ ਲੋਕੇਸ਼ਨਸ ਦੇ ਉੱਤੇ ਜ਼ਿਆਦਾ ਬੱਚਤ ਨਹੀਂ ਹੁੰਦੀ, ਕੰਮ ਵਧੀਆ ਨਹੀਂ ਚੱਲਦਾ ਤਾਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਤਾਂ ਜਿੱਥੇ ਇੱਕ ਪਾਸੇ ਸਟੋਰ ਬੰਦ ਕੀਤੇ ਜਾਂਦੇ ਨੇ ਤਾਂ ਉਧਰ ਨਵੇਂ ਸਟੋਰ ਹੋਰ ਲੋਕੇਸ਼ਨਸ ਦੇ ਉੱਤੇ ਖੋਲ੍ਹੇ ਵੀ ਜਾਂਦੇ ਨੇ ਤੇ US ਤੇ ਕੈਨੇਡਾ ਨੂੰ ਛੱਡ ਕੇ ਦੁਨੀਆ ਭਰ ਦੇ ਵਿੱਚ ਹੋਰ ਜ਼ਿਆਦਾ ਸਟੋਰਸ ਨੂੰ ਖੋਲ੍ਹਣ ਦਾ ਟੀਚਾ ਸਟਾਰਬਕਸ ਦੇ ਵੱਲੋਂ ਰੱਖਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਸਟਾਰਬਕਸ ਦੀਆਂ 1400 ਲੋਕੇਸ਼ਨਸ ਨੇ, ਜਿਸ ਦੇ ਵਿੱਚੋਂ ਆਉਂਦੇ 2 ਸਾਲ ਦੇ ਵਿੱਚ 200 ਲੋਕੇਸ਼ਨਸ ਬੰਦ ਹੋ ਜਾਣਗੀਆਂ, ਯਾਨੀ ਕਿ ਕੰਪਨੀ ਦੇ ਵੱਲੋਂ ਅਗਲੇ 2 ਸਾਲ ਵਿੱਚ ਕੈਨੇਡਾ ਦੇ ਦਰਮਿਆਨ ਆਪਣੀਆਂ ਕੁੱਲ ਲੋਕੇਸ਼ਨਸ ਦੇ ਵਿੱਚੋਂ 15% ਤੱਕ ਨੂੰ ਬੰਦ ਕਰ ਦਿੱਤਾ ਜਾਵੇਗਾ। ਅਗਲੀ ਖਬਰ ਟਰਾਂਸਲਿੰਕ ਦੇ ਬਾਰੇ ਹੈ। ਦਰਅਸਲ ਕੈਨੇਡਾ ਭਰ ਦੇ ਵਿੱਚ ਹੀ ਜੇਕਰ ਦੇਖੀਏ, ਜਦੋਂ ਤੋਂ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ 'ਚ ਢਿੱਲ ਹੋਈ ਹੈ, ਮਾਮਲਿਆਂ ਦੀ ਗਿਣਤੀ ਘਟ ਗਈ ਹੈ, ਤਾਂ ਨਾਲ ਹੀ ਬੱਸਾਂ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ ਯਾਤਰੀਆਂ ਦੀ ਗਿਣਤੀ ਵੀ ਵੱਧ ਗਈ ਹੈ ਤੇ ਸਫ਼ਰ ਕਰਨਾ ਲੋਕਾਂ ਦੇ ਵੱਲੋਂ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਦੀ ਉਦਾਹਰਣ ਉਦੋਂ ਸਾਹਮਣੇ ਆਈ ਜਦੋਂ ਟਰਾਂਸਲਿੰਕ ਦੇ ਵੱਲੋਂ ਅੱਜ ਤਾਜ਼ਾ ਅੰਕੜੇ ਜਾਰੀ ਕੀਤੇ ਗਏ, ਜਿਸ ਦੇ ਵਿੱਚ ਟਰਾਂਸਲਿੰਕ ਨੇ ਦੱਸਿਆ ਹੈ ਕਿ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਹੁਣ 85% ਤੱਕ ਦਾ ਵਾਧਾ ਹੋ ਗਿਆ ਯਾਤਰੀਆਂ ਦੀ ਗਿਣਤੀ ਵਿੱਚ। ਲੋਕਾਂ ਦੇ ਦਰਮਿਆਨ ਮੁੜ ਤੋਂ ਭਰੋਸਾ ਪਬਲਿਕ ਟਰਾਂਸਪੋਰਟ ਨੂੰ ਲੈ ਕੇ ਬਣਨਾ ਸ਼ੁਰੂ ਹੋ ਗਿਆ ਹੈ, ਜਿਸ ਦੇ ਵਿੱਚ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਕਾਫੀ ਲੰਮਾ ਚਿਰ ਲੱਗ ਸਕਦਾ ਹੈ ਯਾਤਰੀਆਂ ਨੂੰ ਪਬਲਿਕ ਟਰਾਂਸਪੋਰਟ ਦੇ ਉੱਤੇ ਭਰੋਸਾ ਦੁਬਾਰਾ ਤੋਂ ਬਣਨ ਵਿੱਚ, ਕਿਉਂਕਿ ਵੱਖੋ ਵੱਖਰੇ ਤਰ੍ਹਾਂ ਦੇ ਲੋਕ ਉਸ ਦੇ ਵਿੱਚ ਆਉਂਦੇ ਨੇ। ਹੋ ਸਕਦਾ ਕੋਈ ਬਿਮਾਰ ਵੀ ਹੋਇਆ ਹੋਵੇ ਤਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਸੀ, ਰਿਪੋਰਟਸ ਸਾਹਮਣੇ ਆ ਰਹੀਆਂ ਸਨ ਕਿ ਪਬਲਿਕ ਟਰਾਂਸਪੋਰਟ ਦੀ ਵਰਤੋਂ ਨੂੰ ਘੱਟ ਕਰ ਸਕਦੇ ਨੇ, ਪਰ ਉਹਨਾਂ ਰਿਪੋਰਟਸ ਦੇ ਮੁਤਾਬਕ ਇਸ ਦਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ, ਸਗੋਂ ਯਾਤਰੀਆਂ ਦੀ ਗਿਣਤੀ ਪਹਿਲਾਂ ਦੇ ਮੁਤਾਬਕ ਆਉਣੀ ਸ਼ੁਰੂ ਹੋ ਗਈ ਹੈ। ਟਰਾਂਸਲਿੰਕ ਨੇ ਜਾਣਕਾਰੀ ਦਿੱਤੀ ਹੈ ਕਿ ਮੈਟਰੋ ਵੈਨਕੂਵਰ ਦੇ ਟ੍ਰਾਂਜ਼ਿਟ ਸਿਸਟਮ ਦੇ ਵਿੱਚ ਯਾਤਰੀਆਂ ਦੀ ਆਮਦ ਮੁੜ ਤੋਂ ਵੱਧ ਗਈ ਹੈ। ਅਪ੍ਰੈਲ ਦੇ ਦੂਜੇ ਹਫ਼ਤੇ ਦੇ ਵਿੱਚ ਕੋਵਿਡ-19 ਦੇ ਦੌਰਾਨ ਅਜਿਹਾ ਸਮਾਂ ਆਇਆ ਜਦੋਂ ਟ੍ਰਾਂਜ਼ਿਟ ਦੇ ਵਰਤੋਂ ਵਾਸਤੇ ਯਾਤਰੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਘੱਟ ਸੀ ਤੇ ਇਸ ਸਮੇਂ ਉਸ ਹਫ਼ਤੇ ਦੀ ਤੁਲਨਾ ਦੇ ਨਾਲ 85% ਤੱਕ ਯਾਤਰੀਆਂ ਦੀ ਗਿਣਤੀ ਵੱਧ ਗਈ ਹੈ। ਇਸ ਦੇ ਬਾਰੇ ਅੱਜ ਬਿਆਨ ਜਾਰੀ ਕਰਦੇ ਹੋਏ ਟਰਾਂਸਲਿੰਕ ਦੇ CEO ਕੇਵਿਨ ਡੇਸਮੰਡ ਦੇ ਵੱਲੋਂ ਕਿਹਾ ਗਿਆ ਕਿ ਟ੍ਰਾਂਜ਼ਿਟ ਸਿਸਟਮ ਨੂੰ ਮੁੜ ਤੋਂ ਲੀਹ ਤੇ ਲਿਆਉਣ ਵਾਸਤੇ ਜੋ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਹ ਕਾਮਯਾਬ ਹੁੰਦੀਆਂ ਦਿਖਾਈ ਦੇ ਰਹੀਆਂ ਨੇ, ਜਿਸ ਤੋਂ ਬਾਅਦ ਯਾਤਰੀਆਂ ਦਾ ਭਰੋਸਾ ਮੁੜ ਤੋਂ ਟ੍ਰਾਂਜ਼ਿਟ ਦੇ ਉੱਤੇ ਮਜ਼ਬੂਤ ਹੋ ਰਿਹਾ ਹੈ। ਇਹੋ ਕਾਰਨ ਹੈ ਕਿ ਕੋਵਿਡ-19 ਦੇ ਹਾਲਾਤ ਤੋਂ ਉਭਰਨ ਤੋਂ ਬਾਅਦ ਲੋਕ ਮੁੜ ਤੋਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਜ਼ਿਆਦਾ ਕਰਨ ਲੱਗ ਪਏ ਨੇ, ਜਿਸ ਸੰਬੰਧੀ ਅੰਕੜੇ ਵੀ ਜਾਰੀ ਕੀਤੇ ਗਏ ਨੇ। ਇਹਨਾਂ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਕਿ ਅਪ੍ਰੈਲ 5 ਤੋਂ ਅਪ੍ਰੈਲ 11 ਤੱਕ ਦਾ ਉਹ ਹਫ਼ਤਾ ਸੀ ਜਦੋਂ ਸਭ ਤੋਂ ਜ਼ਿਆਦਾ ਘੱਟ ਯਾਤਰੀ ਟ੍ਰਾਂਜ਼ਿਟ ਦੀ ਵਰਤੋਂ ਕਰ ਰਹੇ ਸਨ। ਟਰਾਂਸਲਿੰਕ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਉਸ ਸਮੇਂ ਪੂਰੇ ਹਫ਼ਤੇ ਦੇ ਵਿੱਚ 13,96,000 ਬੋਰਡਿੰਗਸ ਹੀ ਹੋਈਆਂ ਤੇ ਉਸ ਤੋਂ ਬਾਅਦ 14 ਲੱਖ ਤੋਂ ਪਾਰ ਹੋਣ ਲੱਗ ਪਈਆਂ ਤੇ ਇਸ ਸਮੇਂ 25,78,000 ਤੱਕ ਬੋਰਡਿੰਗਸ ਪਹੁੰਚ ਚੁੱਕੀਆਂ ਨੇ, ਜਿਸ ਨੂੰ ਕਿ 85% ਤੱਕ ਦਾ ਵਾਧਾ ਮਈ 31 ਤੋਂ ਲੈ ਕੇ ਜੂਨ 6 ਦੇ ਦਰਮਿਆਨ ਦਰਜ ਕੀਤਾ ਗਿਆ ਹੈ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ ਬੱਸਾਂ ਦੀ ਵਰਤੋਂ ਵਿੱਚ ਤੇ ਦੂਜੇ ਨੰਬਰ ਦੇ ਉੱਤੇ ਆਉਂਦੇ ਨੇ ਐਕਸਪੋ ਮਿਲੇਨੀਅਮ ਲਾਈਨਸ ਤੇ ਤੀਜੇ ਨੰਬਰ ਦੇ ਉੱਤੇ ਕੈਨੇਡਾ ਲਾਈਨਸ ਤੇ ਫਿਰ ਸੀ ਬੱਸ, ਫਿਰ ਵੈਸਟ ਕੋਸਟ ਐਕਸਪ੍ਰੈਸ ਤੇ ਫਿਰ ਹੈਂਡੀਡਾਰਟ। ਵੱਖੋ ਵੱਖਰੀਆਂ ਟਰਾਂਸਲਿੰਕ ਦੀਆਂ ਜੋ ਸਰਵਿਸਿਜ਼ ਨੇ ਉਸ ਦੇ ਆਧਾਰ ਦੇ ਉੱਤੇ ਇਹ ਅੰਕੜੇ ਪੇਸ਼ ਕੀਤੇ ਗਏ ਨੇ, ਜਿਸ ਸੰਬੰਧੀ ਵੱਖੋ ਵੱਖਰੇ ਚਾਰਟ ਬਣਾ ਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਅਗਲੀ ਖਬਰ ਸਾਰੀ RCMP ਦੇ ਵੱਲੋਂ ਤਾਂ ਸਾਂਝੀ ਕੀਤੀ ਹੀ ਗਈ ਹੈ, ਸਗੋਂ RCMP ਨੇ ਇਸ ਦੇ ਉੱਤੇ ਬਾਰ-ਬਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਕਿਹਾ ਹੈ। ਦਰਅਸਲ CERB ਦੇ ਨਾਮ ਦੇ ਉੱਤੇ ਜਾਂ ਫਿਰ ਹੋਰ ਕਈ ਪੇਮੈਂਟਸ ਦੇ ਨਾਮ ਦੇ ਉੱਤੇ ਲੋਕਾਂ ਨੂੰ ਸਕੈਮ ਦੇ ਸ਼ਿਕਾਰ ਬਣਾਇਆ ਜਾ ਰਿਹਾ ਹੈ, ਫੋਨ ਕੀਤੇ ਜਾ ਰਹੇ ਨੇ ਤੇ ਹੁਣ ਜੋ ਸਾਰੀ RCMP ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 9 ਜੂਨ ਦੇ ਦਿਨ ਉਹਨਾਂ ਨੂੰ 5 ਅਜਿਹੀਆਂ ਸ਼ਿਕਾਇਤਾਂ ਆਈਆਂ, ਜਿਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਖੁਦ ਨੂੰ ਦੱਸਦੇ ਹੋਏ ਵਿਅਕਤੀਆਂ ਨੇ ਪੀੜਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨੂੰ ਉਹਨਾਂ ਨੇ ਲੁੱਟ ਵੀ ਲਿਆ। ਬਿਟਕੋਇਨ ਦੇ ਨਾਮ ਦੇ ਉੱਤੇ ਪੇਮੈਂਟ ਕਰਨ ਦੇ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ। ਸਾਰੀ RCMP ਨੇ ਨਵੇਂ ਤਰ੍ਹਾਂ ਦੇ ਹੋ ਰਹੇ ਸਕੈਮ ਤੋਂ ਜਾਗਰੂਕ ਕਰਨ ਦੇ ਵਾਸਤੇ ਖਾਸ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸੇ ਸਕੈਮ ਦੇ ਸੰਬੰਧੀ
9 ਜੂਨ 2020 ਨੂੰ ਸਰੀ RCMP ਕੋਲ ਵੱਖੋ ਵੱਖਰੀਆਂ 5 ਸ਼ਿਕਾਇਤਾਂ ਪਹੁੰਚੀਆਂ ਨੇ, ਜਿਸ ਦੇ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਖੁਦ ਨੂੰ ਦੱਸ ਕੇ ਕੁਝ ਵਿਅਕਤੀਆਂ ਦੇ ਵੱਲੋਂ ਲੋਕਾਂ ਨੂੰ ਫੋਨ ਕੀਤੇ ਜਾਂਦੇ ਨੇ ਤੇ ਮੰਗ ਕੀਤੀ ਜਾਂਦੀ ਹੈ ਕਿ ਉਹ ਬਿਟਕੋਇਨ ਦੇ ਜ਼ਰੀਏ ਉਹਨਾਂ ਨੂੰ ਫਾਈਨ ਭੇਜਣ, ਕਿਉਂਕਿ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗ ਗਿਆ ਤੇ ਕ੍ਰਿਮੀਨਲ ਚਾਰਜ ਨੂੰ ਹਟਾਉਣ ਵਾਸਤੇ ਬਿਟਕੋਇਨ ਦੇ ਰਾਹੀਂ ਪੈਸੇ ਭੇਜਣੇ ਪੈਣਗੇ। ਤੇ ਅਜਿਹੇ ਵਿੱਚ ਕਈ ਪੀੜਤਾਂ ਦੇ ਵੱਲੋਂ ਪੈਸੇ ਉਹਨਾਂ ਕਾਲਰਸ ਨੂੰ ਭੇਜ ਵੀ ਦਿੱਤੇ ਗਏ ਜੋ ਖੁਦ ਨੂੰ ਪੁਲਿਸ ਦੇ ਵੱਲੋਂ ਦੱਸ ਰਹੇ ਸਨ ਜਾਂ ਫਿਰ ਬਾਰਡਰ ਸਰਵਿਸਿਜ਼ ਦੇ ਵੱਲੋਂ ਦੱਸ ਰਹੇ ਸਨ, ਪਰ ਇਹ ਜਾਲੀ ਹੈ। ਸਰੀ RCMP ਨੇ ਸਾਫ਼ ਤੌਰ ਦੇ ਉੱਤੇ ਸਾਰੇ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਕਿਹਾ ਕਿ ਪੁਲਿਸ ਜਾਂ ਫਿਰ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਅਧਿਕਾਰੀ ਕਦੀ ਵੀ ਫੋਨ ਕਰਕੇ ਪੈਸੇ ਨਹੀਂ ਮੰਗਣਗੇ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਚਾਰਜ ਲੱਗਣ ਦੇ ਉੱਤੇ ਜਾਂ ਉਸ ਨੂੰ ਹਟਾਉਣ ਦੇ ਉੱਤੇ ਪੈਸੇ ਮੰਗਣਗੇ ਜਾਂ ਫਿਰ ਫੋਨ ਦੇ ਉੱਤੇ ਇਸ ਸੰਬੰਧੀ ਜਾਣਕਾਰੀ ਦੇ ਕੇ ਕਿਸੇ ਨੂੰ ਧਮਕਾਉਣਗੇ। ਇਸ ਸੰਬੰਧੀ ਸਰੀ RCMP ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਇਹਨਾਂ ਸਕੈਮਰਸ ਦੇ ਵੱਲੋਂ ਕਰੀਬ ਸੈਂਕੜੇ ਲੋਕਾਂ ਨੂੰ ਸੰਪਰਕ ਕੀਤਾ ਜਾ ਚੁੱਕਿਆ ਹੈ ਤੇ ਕਈਆਂ ਦੇ ਵੱਲੋਂ ਉਹਨਾਂ ਨੂੰ ਪੈਸੇ ਵੀ ਭੇਜ ਦਿੱਤੇ ਜਾਂਦੇ ਨੇ ਤੇ ਬਹੁਤ ਸਾਰੇ ਅਜਿਹੇ ਵੀ ਮਾਮਲੇ ਨੇ ਜਿਸ ਦੇ ਵਿੱਚ ਲੋਕ ਸ਼ਿਕਾਇਤ ਹੀ ਨਹੀਂ ਕਰਦੇ, ਜਿਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਜਾਲੀ ਕਾਲ ਆਉਂਦੀ ਵੀ ਹੈ ਤਾਂ ਉਸ ਦੀ ਸ਼ਿਕਾਇਤ ਜ਼ਰੂਰ ਕੀਤੀ ਜਾਵੇ ਤਾਂ ਕਿ ਪੁਲਿਸ ਦੇ ਕੋਲ ਅੰਕੜੇ ਮੌਜੂਦ ਹੋਣ ਕਿ ਆਖਿਰ ਕਿੰਨੇ ਵੱਡੇ ਪੱਧਰ ਦੇ ਉੱਤੇ ਅਜਿਹੇ ਸਕੈਮ ਚੱਲ ਰਹੇ ਨੇ ਤੇ ਕਿੰਨੀਆਂ ਕਾਲਸ ਲੋਕਾਂ ਨੂੰ ਕੀਤੀਆਂ ਜਾਂਦੀਆਂ ਨੇ। ਸਰੀ RCMP ਨਾਲ 604 5990 502 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਇਸ ਦੇ ਨਾਲ ਹੀ ਜੇਕਰ ਸਕੈਮ ਦੇ ਬਾਰੇ ਕੋਈ ਹੋਰ ਜਾਣਕਾਰੀ ਦੇਣੀ ਹੋਵੇ ਤਾਂ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਨਾਲ ਵੀ ਸਿੱਧਾ ਸੰਪਰਕ ਕੀਤਾ ਜਾ ਸਕਦਾ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾਂ ਫਿਰ 18884958501 ਦੇ ਉੱਤੇ ਸਿੱਧਾ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ICBC ਨੇ ਐਲਾਨ ਕੀਤਾ ਹੈ ਕਿ ਕਲਾਸ 1 ਤੋਂ ਲੈ ਕੇ ਕਲਾਸ 4 ਤੱਕ ਟੈਸਟ ਦੇ ਵਾਸਤੇ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਅਪਾਇੰਟਮੈਂਟ ਲਈ ਜਾ ਸਕਦੀ ਹੈ। 11 ਜੂਨ ਤੋਂ ਅਪਾਇੰਟਮੈਂਟਸ ਬੁੱਕ ਕਰਨੀਆਂ ਯਾਨੀ ਕਿ ਕੱਲ੍ਹ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਵਾਸਤੇ ਫ਼ੋਨ ਨੰਬਰ ਦੇ ਉੱਤੇ ਜੋ ਨੰਬਰ ICBC ਦੇ ਵੱਲੋਂ ਦਿੱਤਾ ਗਿਆ ਹੈ ਫ਼ੋਨ ਕਰਨਾ ਹੈ ਤੇ ਉਸ ਤੋਂ ਬਾਅਦ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਜੂਨ 11 ਤੋਂ ਹੀ ਤੁਸੀਂ ਟੈਸਟ ਦੀ ਬੁਕਿੰਗ ਕਰਵਾ ਸਕਦੇ ਹੋ, ਜਿਸ ਦੇ ਵਾਸਤੇ ICBC ਦੇ ਵੱਲੋਂ ਦਿੱਤੇ ਗਏ ਨੰਬਰ ਦੇ ਉੱਤੇ ਫ਼ੋਨ ਕਰਨਾ ਹੈ, ਜਿਸ ਤੋਂ ਬਾਅਦ ਵੌਇਸ ਮੇਲ ਛੱਡਣਾ ਹੈ ਤੇ ਫਿਰ ਤੁਹਾਨੂੰ ਆਪਣੇ ਆਪ ਸੰਪਰਕ ਕਰਦੇ ਨੇ ਤੇ ਉਸ ਤੋਂ ਬਾਅਦ ਟੈਸਟ ਦੀ ਬੁਕਿੰਗ ਕੀਤੀ ਜਾਂਦੀ ਹੈ। ਜਾਂ ਫਿਰ ਜੇਕਰ ਤੁਸੀਂ ਫ਼ੋਨ ਕਰਦੇ ਹੋ ਤੇ ਉਹਦੇ ਤੇ ਫ਼ੋਨ ਚੁੱਕ ਲੈਂਦੇ ਨੇ, ਉਸ ਦੇ ਵਿੱਚ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਉਹ ਪ੍ਰਕਿਰਿਆ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਪਰ ਫਿਲਹਾਲ ਜੋ ਵੌਇਸ ਮੇਲ ਛੱਡਣ ਵਾਲੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੰਪਰਕ ਕੀਤਾ ਜਾਂਦਾ ਹੈ, ਉਹ ਹੁਣ ਤੱਕ ਕੀਤੀ ਜਾ ਰਹੀ ਸੀ ਜਦੋਂ ਜਿਹੜੇ ਨੌਲੇਜ ਟੈਸਟ ਉਹਨਾਂ ਵੱਲੋਂ ਲਏ ਜਾ ਰਹੇ ਸਨ। ਤੇ ਹੁਣ ICBC ਨੇ ਇਸ ਨੰਬਰ ਨੂੰ ਜਾਰੀ ਕਰਦੇ ਹੋਏ ਜੋ ਕਿ ਹੈ 18009501 ਦੱਸਿਆ ਕਿ ਤੁਸੀਂ ਇਸ ਨੰਬਰ ਤੇ ਫੋਨ ਕਰੋ ਤੇ ਆਪਣਾ ਰੋਡ ਟੈਸਟ ਬੁੱਕ ਕਰਵਾਓ। ਕੱਲ ਤੋਂ ਇਹ ਬੁਕਿੰਗ ਕਰਵਾਈ ਜਾ ਸਕਦੀ ਹੈ, ਪਰ ਇਸ ਦੇ ਵਿੱਚ ਨਾਲ ਹੀ ICBC ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਸਮੇਂ ਬਹੁਤ ਸਾਰੇ ਫੋਨ ਉਹਨਾਂ ਨੂੰ ਆਉਣੇ ਨੇ, ਤਾਂ ਇਹ ਨਹੀਂ ਹੈ ਕਿ ਤੁਸੀਂ ਕੱਲ੍ਹ ਨੂੰ ਜਦੋਂ ਫੋਨ ਕਰੋਗੇ ਤਾਂ ਇੱਕਦਮ ਤੁਹਾਨੂੰ ਅਪਾਇੰਟਮੈਂਟ ਮਿਲ ਜਾਵੇਗੀ। ਹੋ ਸਕਦਾ ਹੈ ਕਿ ਉਸ ਦੇ ਲਈ ਦੇਰੀ ਲੱਗ ਜਾਵੇ, ਤਾਂ ਇਸ ਦੇ ਵਾਸਤੇ ਸਾਰੇ ਹੀ ਰੋਡ ਟੈਸਟ ਦੇਣ ਦੇ ਵਾਸਤੇ ਜਿਹੜੇ ਯੋਗਤਾ ਰੱਖਦੇ ਨੇ ਕਲਾਸ 1 ਤੋਂ ਲੈ ਕੇ ਕਲਾਸ 4 ਤੱਕ ਤੇ ਅਪਾਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਨੇ, ICBC ਨੇ ਉਹਨਾਂ ਨੂੰ ਕਿਹਾ ਕਿ ਉਹ ਧੀਰਜ ਰੱਖਣ ਤੇ ਵਾਰੀ ਸਭ ਦੀ ਆਵੇਗੀ, ਪਰ ਸਮਾਂ ਕੁਝ ਲੱਗ ਸਕਦਾ ਹੈ। ਮੁੱਖ ਤੌਰ ਤੇ ICBC ਨੇ ਇਸ ਦੇ ਵਿੱਚ ਇਹ ਵੀ ਕਿਹਾ ਕਿ ਇਸ ਦੇ ਵਿੱਚ ਪਹਿਲ ਉਹਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੇ ਮਾਰਚ 18 ਤੋਂ ਲੈ ਕੇ ਮਾਰਚ 30 ਤੱਕ ਦੇ ਦਰਮਿਆਨ ਟੈਸਟ ਬੁੱਕ ਕੀਤੇ ਹੋਏ ਸਨ। ਉਹਨਾਂ ਦੀ ਅਪਾਇੰਟਮੈਂਟਸ ਪਹਿਲਾਂ ਬਣੀਆਂ ਹੋਈਆਂ ਸਨ, ਪਰ COVID-19 ਦੇ ਕਰਕੇ ਉਹਨਾਂ ਅਪਾਇੰਟਮੈਂਟਸ ਨੂੰ ਰੱਦ ਕਰਨਾ ਪਿਆ ਸੀ ਜਦੋਂ ਰੋਡ ਟੈਸਟ ਲੈਣੇ ਬੰਦ ਕਰ ਦਿੱਤੇ ਗਏ ਸਨ। ਤੇ ਹੁਣ ਉਹਨਾਂ ਹੀ ਅਪਾਇੰਟਮੈਂਟ ਲੈਣ ਵਾਲੇ ਵਿਅਕਤੀਆਂ ਦੇ ਜਿਹੜੇ ਰੋਡ ਟੈਸਟ ਨੇ ਉਹ ਪਹਿਲਾਂ ਬੁੱਕ ਕੀਤੇ ਜਾਣਗੇ, ਉਹਨਾਂ ਨੂੰ ਪਹਿਲ ਮਿਲੇਗੀ। ਇਸ ਦੇ ਬਾਰੇ ICBC ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤੇ ਫਿਰ ਜਿਹੜੀ ਤੁਸੀਂ ਫੀਸ ਦੇਣੀ ਹੈ ਉਸ ਦੇ ਬਾਰੇ ਤੇ ਫਿਰ ਹੋਰ ਸਾਰੀ ਜਾਣਕਾਰੀ ICBC ਦੇ ਵੱਲੋਂ ਕੁਝ ਉਸੇ ਤਰ੍ਹਾਂ ਜਿਵੇਂ ਪਹਿਲਾਂ ਸੀ, ਪਰ ਨਾਲ ਹੀ ਹਦਾਇਤਾਂ ਇੱਥੇ ਖਾਸ ਦਿੱਤੀਆਂ ਗਈਆਂ ਨੇ। ਉਹ ਇਹ ਨੇ ਕਿ ਜੇਕਰ ਤੁਸੀਂ ਰੋਡ ਟੈਸਟ ਦੇ ਵਾਸਤੇ ਤੁਹਾਡੀ ਅਪਾਇੰਟਮੈਂਟ ਬੁੱਕ ਹੋ ਜਾਂਦੀ ਹੈ, ਇੱਕ ਤਾਂ ਤੁਸੀਂ ਸਮੇਂ ਸਿਰ ਪਹੁੰਚਣਾ ਹੈ, ਦੂਜਾ ਜਿਹੜਾ ਵਾਹਨ ਤੁਸੀਂ ਰੋਡ ਟੈਸਟ ਦੇ ਵਾਸਤੇ ਲੈ ਕੇ ਆਉਣਾ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲੈ ਕੇ ਆਉਣਾ ਹੈ, ਸੈਨੀਟਾਈਜ਼ ਕਰਕੇ। ਇਸ ਦੇ ਨਾਲ ਹੀ ਜੇਕਰ ਕੋਈ ਵੀ ਵਿਅਕਤੀ ਖੁਦ ਨੂੰ ਥੋੜ੍ਹਾ ਜਿਹਾ ਵੀ ਬਿਮਾਰ ਮਹਿਸੂਸ ਕਰ ਰਿਹਾ ਹੈ ਤਾਂ ਉਹ ਰੋਡ ਟੈਸਟ ਦੇ ਲਈ ਨਾ ਆਵੇ। ਇਸੇ ਦੇ ਨਾਲ ਜਿਨ੍ਹਾਂ ਦੇ ਵੱਲੋਂ ਟੈਸਟ ਲਿਆ ਜਾਣਾ ਉਹਨਾਂ ਨੂੰ ਵੀ PPE ਕਿਟਸ ਮਿਲਣਗੀਆਂ ਕਿ ਉਹ ਗਲਵਜ਼ ਤੇ ਫੇਸ ਸ਼ੀਲਡ ਤੇ ਪੂਰੀ ਤਰ੍ਹਾਂ ਉਹ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾਅ ਦੇ ਤਹਿਤ ਰੱਖ ਕੇ ਆਉਣਗੇ ਰੋਡ ਟੈਸਟ ਦੇ ਵਾਸਤੇ, ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੀਟਾਣੂ ਉਹਨਾਂ ਤੇ ਹਮਲਾ ਨਾ ਕਰ ਸਕਣ। ਤੇ ਨਾਲ ਹੀ ਡਿਸਪੋਜ਼ੇਬਲ ਸੀਟ ਕਵਰ ਵੀ ਆਪਣੇ ਨਾਲ ਲੈ ਕੇ
ਆਉਣਗੇ ਤੇ ਉਹ ਉਹਨਾਂ ਦੇ ਵੱਲੋਂ ਤੁਹਾਡੇ ਵਾਹਨ ਦੇ ਵਿੱਚ ਰੱਖੇ ਜਾਣਗੇ, ਜਿਸ ਦੇ ਉੱਤੇ ਬੈਠ ਕੇ ਫਿਰ ਉਹ ਰੋਡ ਟੈਸਟ ਦੇ ਦਰਮਿਆਨ ਤੁਹਾਡੇ ਨਾਲ ਬੈਠਣਗੇ। ਇਸ ਦੇ ਨਾਲ ਹੀ ਹੋਰ ਜਿੰਨੀ ਵੀ ਅਪਡੇਟ ICBC ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਮੌਜੂਦ ਹੈ, ਜਿਸ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਟੈਸਟ ਜਦੋਂ ਤੁਸੀਂ ਸਰਚ ਕਰੋਗੇ ਲਿਖ ਕੇ ਤਾਂ ਉਸ ਦੇ ਬਾਰੇ ਸਾਰੀ ਜਾਣਕਾਰੀ ਉੱਪਰ ਆ ਜਾਵੇਗੀ ਕਿ ਕਿਸ ਤਰ੍ਹਾਂ ਕਦੋਂ ਅਪਾਇੰਟਮੈਂਟਸ ਬੁੱਕ ਕਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਨੌਜਵਾਨਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ। ਦਰਅਸਲ 2020 ਦੇ ਵਿੱਚ ਜਿਹੜੇ ਵੀ ਨੌਜਵਾਨ ਗ੍ਰੈਜੂਏਟ ਹੋਏ ਨੇ ਉਹ ਇਕੱਠੇ ਹੋ ਕੇ ਸੈਰੇਮਨੀ ਨੂੰ ਨਹੀਂ ਮਨਾ ਸਕੇ, ਖੁਸ਼ੀਆਂ ਨਹੀਂ ਮਨਾ ਸਕੇ, ਇੱਕ ਦੂਜੇ ਦੇ ਨਾਲ ਗਲੇ ਮਿਲ ਕੇ ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ ਤੇ ਨਾਲ ਹੀ ਨੌਜਵਾਨਾਂ ਨੂੰ ਕਿਹਾ ਕਿ ਉਹ ਇੱਕ ਵੱਡੀ ਉਮੀਦ ਨੇ ਦੇਸ਼ ਦੀ, ਤੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਹਾਂ। First, congratulations are in order. You've worked so hard for so many years to get to graduation day, and you should all be very proud of yourselves. But let's be real. This day is nothing like you imagined it to be. And the world is a much different place than anyone could have predicted, even a year ago. It's tough. You should be celebrating with your friends, taking pictures in your gowns, attending the ceremony on campus, walking across the stage to get your diploma, waiting for the commencement speaker to finish their speech, and thinking about the parties that you'll be attending later that night. But this year is different. You are different. No student gets to choose the world into which they graduate. But if you could, and let's be honest here, you probably wouldn't have chosen the world of 2020. The Australian bushfires linked to climate change, the horrific plane crash in Iran, the worst mass shooting in our country's history, horrifying scenes of police violence against Black and Indigenous peoples. And of course, the reason we're all gathered here today virtually and not in person, COVID-19, which has triggered the greatest health and economic crisis in generations. Recent events have brought a lot of hardship and uncertainty to your lives, and you've had to make unprecedented sacrifices. You've had to totally rethink the coming months, and the normal stresses of graduating and next steps have just reached a whole new level. 2020 has also exposed the limitations and flaws of our world, the world that you are set to inherit. That can be unsettling and even alarming. But it's also a wake-up call. A wake-up call on how much you are needed. Because here's the thing. Your generation has acutely sensed what was wrong with the world and what needed to be fixed. ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦਿਖਾਵਾਂਗੇ ਕੈਨੇਡਾ ਭਰ ਤੋਂ ਕੋਵਿਡ-19 ਸੰਬੰਧੀ ਅੰਕੜੇ। ਦੱਸਾਂਗੇ ਅਪ੍ਰੈਲ ਮਹੀਨੇ ਕਿੰਨੀ ਘੱਟ ਗਿਣਤੀ ਪ੍ਰਵਾਸੀਆਂ ਨੂੰ ਮਿਲੀ ਕੈਨੇਡਾ 'ਚ PR ਤੇ ਹੁਣ ਕਦੋਂ ਤੇ ਕਿਵੇਂ ਨਿਕਲ ਰਹੇ ਨੇ ਐਕਸਪ੍ਰੈਸ ਐਂਟਰੀ ਲਈ ਡਰਾਅ। ਕੀ ਰਹੇਗਾ ਕੈਨੇਡਾ ਦਾ ਪ੍ਰਵਾਸੀਆਂ ਨੂੰ ਬੁਲਾਉਣ ਲਈ ਟੀਚਾ। ਅੱਜ ਪਾਰਲੀਮੈਂਟ ਵਿੱਚ ਵਿਰੋਧੀ ਪਾਰਟੀਆਂ ਨੇ ਨਹੀਂ ਦਿੱਤਾ ਲਿਬਰਲ ਪਾਰਟੀ ਦੇ CERB ਸੰਬੰਧੀ ਬਿੱਲ ਨੂੰ ਸਮਰਥਨ। ਬਿੱਲ ਮੁਤਾਬਕ ਗਲਤ ਤੌਰ ਤੇ ਮਦਦ ਲੈਣ ਵਾਲਿਆਂ ਨੂੰ ਹੋਣੀ ਸੀ ਜੇਲ੍ਹ ਤੱਕ ਦੀ ਸਜ਼ਾ। ਕੈਨੇਡਾ ਰੈਵਨਿਊ ਏਜੰਸੀ ਮੁਤਾਬਕ ਜੂਨ 3 ਤੱਕ ਕੈਨੇਡਾ ਵਾਸੀਆਂ ਵੱਲੋਂ ਵਾਪਸ ਮੋੜੀਆਂ ਗਈਆਂ ਨੇ 1,90,000 CERB ਪੇਮੈਂਟਸ। ਦੱਸਾਂਗੇ ਕਿੰਨਿਆਂ ਬਾਰੇ ਵਿਭਾਗ ਨੂੰ ਮਿਲੀ ਸ਼ਿਕਾਇਤ। ਵਾਲਮਾਰਟ ਵਿੱਚ ਹੁਣ ਲੌਕ ਨਹੀਂ ਕੀਤੇ ਜਾਣਗੇ ਮਲਟੀ ਕਲਚਰਲ ਬਿਊਟੀ ਜਾਂ ਹੇਅਰ ਪ੍ਰੋਡਕਟ। ਦੱਸਾਂਗੇ ਕੀ ਹੈ ਮੁੱਖ ਕਾਰਨ। ਕੈਨੇਡਾ ਵਿੱਚ ਸਟਾਰਬਕਸ ਵੱਲੋਂ ਬੰਦ ਕੀਤੀਆਂ ਜਾਣਗੀਆਂ 200 ਲੋਕੇਸ਼ਨਸ। ਦੱਸਾਂਗੇ ਹੋਰ ਜਾਣਕਾਰੀ। ਟਰਾਂਸਲਿੰਕ ਨੇ ਜਾਰੀ ਕੀਤੀ ਤਾਜ਼ਾ ਰਿਪੋਰਟ। ਯਾਤਰੀਆਂ ਦੀ ਗਿਣਤੀ ਅਪ੍ਰੈਲ ਨਾਲੋਂ 85% ਤੱਕ ਵਧੀ। ਮੁੱਢਲੀ ਤੇ ਆ ਰਿਹਾ ਸਭ। ICBC ਵੱਲੋਂ ਐਲਾਨ ਕਲਾਸ 1 ਤੋਂ ਲੈ ਕੇ 4 ਤੱਕ ਦੇ ਰੋਡ ਟੈਸਟ ਦੇ ਲਈ ਕੱਲ੍ਹ ਤੋਂ ਅਪਾਇੰਟਮੈਂਟ ਮਿਲਣੀ ਸ਼ੁਰੂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਨਵੇਂ ਗ੍ਰੈਜੂਏਟਸ ਨੂੰ ਦਿੱਤਾ ਗਿਆ ਸੰਦੇਸ਼। ਅੱਜ ਦੱਸਾਂਗੇ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਲਈ ਕੀ ਕੁਝ ਕਿਹਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ।
ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।